ਬੱਚਿਓ ਕੱਲ ਦੇ ਲੈਕਚਰ ਦੇ ਵਿੱਚ ਅਸੀਂ ਆਪਣੇ ਸਿਲੇਬਸ ਦਾ ਪਹਿਲਾ ਕੁਐਸਚਨ ਸ਼ੁਰੂ ਕੀਤਾ ਸੀ ਤੇ ਪਹਿਲਾ ਚੈਪਟਰ ਜਿਹੜਾ ਹੈ ਉਹ ਅਸੀਂ ਸ਼ੁਰੂ ਕੀਤਾ ਸੀ ਕੱਲ ਦੇ ਜਿਹੜਾ ਲੈਕਚਰ ਸੀਗਾ ਆਪਣਾ। ਤੇ ਅੱਜ ਦੇ ਲੈਕਚਰ ਦੇ ਵਿੱਚ ਅਸੀਂ ਆਪਣਾ ਜਿਹੜਾ ਇਹ ਟੌਪਿਕ ਹੈਗਾ ਸੇਲੀਐਂਟ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ, ਇਹਨੂੰ ਅੱਜ ਜਿਹੜਾ ਹੈ ਖਤਮ ਕਰਾਂਗੇ। ਕੱਲ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੈ ਸੰਵਿਧਾਨ ਦਾ ਅਰਥ ਦੇਖਿਆ ਸੀ। ਉਸ ਤੋਂ ਬਾਅਦ ਅਸੀਂ ਭਾਰਤੀ ਸੰਵਿਧਾਨ ਬਾਰੇ ਚਰਚਾ ਕੀਤੀ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਕੀ ਕੀ ਹੈ, ਜਾਂ ਭਾਰਤੀ ਸੰਵਿਧਾਨ ਦੀ ਅਸੀਂ ਪਰਿਭਾਸ਼ਾ ਕੀਤੀ ਸੀ। ਫਿਰ ਜਿਹੜਾ ਅਸੀਂ ਪਹਿਲਾ ਪੁਆਇੰਟ ਇਹਦੇ ਵਿੱਚ ਡਿਸਕਸ ਕੀਤਾ ਸੀਗਾ ਉਹ ਪ੍ਰੀਐਮਬਲ ਉੱਤੇ ਡਿਸਕਸ ਕੀਤਾ ਸੀ, ਪ੍ਰਸਤਾਵਨਾ ਉੱਤੇ ਡਿਸਕਸ ਕੀਤਾ ਸੀ। ਮੈਂ ਤੁਹਾਨੂੰ ਇਹਦੇ ਅਰਥ ਬਾਰੇ ਵੀ ਦੱਸਿਆ ਸੀ, ਪਲੱਸ ਇਹ ਸਮਝਾਇਆ ਸੀ ਕਿ ਜਿਹੜੀ ਪ੍ਰਸਤਾਵਨਾ ਹੈ ਉਹਦੇ ਉੱਤੇ ਆਪਾਂ ਇੱਕ ਅਲੱਗ ਕੁਐਸਚਨ ਵੀ ਕਰਨਾ ਹੈ, ਉਦੋਂ ਆਪਾਂ ਇਹਨੂੰ ਜਿਹੜਾ ਹੈਗਾ ਡਿਟੇਲ ਦੇ ਵਿੱਚ ਕਰਾਂਗੇ। ਹੁਣ ਜਿਹੜੀ ਨੈਕਸਟ ਸਲਾਈਡ ਹੈਗੀ ਆਪਣੀ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਜਿਹੜੀ ਪ੍ਰਸਤਾਵਨਾ ਹੈ ਉਹ ਕਿੰਨਾ ਸ਼ਬਦਾਂ ਦੇ ਨਾਲ ਸ਼ੁਰੂ ਹੁੰਦੀ ਆ ਅਤੇ ਉਹਨਾਂ ਸ਼ਬਦਾਂ ਦਾ ਜਿਹੜਾ ਹੈਗਾ ਕੀ ਸਾਰ ਹੈ ਤੇ ਕੀ ਅਰਥ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਹੜੀ ਅਗਲੀ ਆਪਣੀ ਸਲਾਈਡ ਹੈਗੀ ਹੈ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਆਹ ਦੋ ਪਿਕਚਰਸ ਜਿਹੜੀਆਂ ਬਣੀਆਂ ਹੋਈਆਂ ਇਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਸੰਵਿਧਾਨ ਸਭਾ ਦੇ ਜਿਹੜੇ ਹੋਰ ਸਦੱਸਿਆ ਹੈਗੇ ਆ, ਉਹ ਜਿਹੜੀ ਸੰਵਿਧਾਨ ਦੀ ਪਹਿਲੀ ਪ੍ਰਤੀਲਿਪੀ ਸੀਗੀ ਉਹਦੇ ਉੱਤੇ ਜਿਹੜਾ ਹੈ ਹਸਤਾਖਰ ਜਿਹੜੇ ਆ ਉਹ ਕਰਦੇ ਪਏ, ਠੀਕ ਹੈ ਜੀ। ਉਸ ਤੋਂ ਬਾਅਦ ਅਗਲੀ ਜਿਹੜੀ ਸਲਾਈਡ ਹੈਗੀ ਹੈ, ਉਸ ਤੋਂ ਬਾਅਦ ਸੇਲੀਐਂਟ ਫੀਚਰਸ, ਠੀਕ ਹੈ ਜੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਪਹਿਲਾ ਦੂਸਰਾ ਪੁਆਇੰਟ ਡਿਸਕਸ ਕੀਤਾ ਸੀ ਕਿ ਲਿਖਿਤ ਸੰਵਿਧਾਨ ਕੀ ਹੁੰਦਾ, ਕਿਹੜਾ ਦੇਸ਼ਾਂ ਦਾ ਲਿਖਿਤ ਸੰਵਿਧਾਨ ਹੈ, ਕਿਹੜਾ ਦੇਸ਼ਾਂ ਦਾ ਲਿਖਿਤ ਸੰਵਿਧਾਨ ਨਹੀਂ ਹੈਗਾ, ਅਨਰਿਟਨ ਹੈ, ਨੇਚਰ ਆਫ ਕਨਸਟੀਟਿਊਸ਼ਨ ਕੀ ਹੈ। ਫਿਰ ਦੂਸਰਾ ਜਿਹੜਾ ਪੁਆਇੰਟ ਅਸੀਂ ਡਿਸਕਸ ਕੀਤਾ ਸੀਗਾ ਕਿ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਸਭ ਨਾਲੋਂ ਲੰਬਾ ਸੰਵਿਧਾਨ ਹੈ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਸਭ ਨਾਲੋਂ ਛੋਟਾ ਸੰਵਿਧਾਨ ਜਿਹੜਾ ਹੈ ਉਹ ਅਮਰੀਕਾ ਦਾ, ਅਮਰੀਕਾ ਦੇ ਸੰਵਿਧਾਨ ਨੂੰ ਸਭ ਨਾਲੋਂ ਛੋਟਾ ਜਿਹੜਾ ਹੈ ਸੰਵਿਧਾਨ ਜਿਹੜਾ ਹੈਗਾ ਉਹ ਮੰਨਿਆ ਜਾਂਦਾ, ਠੀਕ ਹੈ। ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਭਾਰਤ ਦੇ ਜਿਹੜਾ ਸੰਵਿਧਾਨ ਹੈ ਉਹ 1950 ਦੇ ਵਿੱਚ ਜਿਹੜਾ ਸੀਗਾ ਲਾਗੂ ਹੋਇਆ, ਠੀਕ ਹੈ ਜੀ। ਔਰ ਇਹਦੇ ਵਿੱਚ ਜਿਹੜਾ ਹੈ ਕੁੱਲ 395 ਧਾਰਾਵਾਂ ਹੈ। ਅਸੀਂ ਅਗਰ ਸੋਧਾਂ ਵੀ ਪਾ ਲਈਆਂ ਤਾਂ 444 ਜਿਹੜੇ ਹੈ ਇਹਦੇ ਵਿੱਚ ਜਿਹੜੇ ਆਰਟੀਕਲਸ ਬਣਦੇ ਆ, ਆਪਣੇ ਇਹਦੇ ਕਾਲਖੰਡ ਬਣਦੇ ਆ। ਇਹਦੇ ਵਿੱਚ ਜਿਹੜਾ ਸਾਡਾ ਸੰਵਿਧਾਨ ਹੈਗਾ 22 ਹਿੱਸਿਆਂ ਵਿੱਚ ਅਸੀਂ ਉਹਨੂੰ ਵੰਡਿਆ ਹੋਇਆ ਤੇ 12 ਸ਼ਡਿਊਲਸ ਹੈਗੇ ਇਹਦੇ ਵਿੱਚ। ਫਿਰ ਅਗਰ ਉਹਦੇ ਨਾਲ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਸਭ ਨਾਲੋਂ ਛੋਟਾ ਜਿਹੜਾ ਸੰਵਿਧਾਨ ਹੈਗਾ ਅਮਰੀਕਾ ਦਾ, ਜਿਹਦੇ ਵਿੱਚ 7 ਧਾਰਾਵਾਂ, ਚੀਨ ਦੇ ਸੰਵਿਧਾਨ ਦੇ ਵਿੱਚ 138 ਧਾਰਾਵਾਂ, ਜਾਪਾਨ ਦੇ ਸੰਵਿਧਾਨ ਦੇ ਵਿੱਚ 103 ਧਾਰਾਵਾਂ ਅਤੇ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਜਿਹੜਾ ਹੈ 107 ਧਾਰਾਵਾਂ ਜਿਹੜੀਆਂ ਉਹਨਾਂ ਦਾ ਮੈਂਸ਼ਨ ਕੀਤਾ ਗਿਆ। ਫਿਰ ਮੈਂ ਤੁਹਾਨੂੰ ਦੱਸਿਆ ਸੀ ਲਚਕੀਲਾ ਸੰਵਿਧਾਨ ਅਤੇ ਜਿਹੜਾ ਕਠੋਰ ਸੰਵਿਧਾਨ ਕੀ ਹੁੰਦਾ। ਕਠੋਰ ਸੰਵਿਧਾਨ ਇਹੋ ਜਿਹਾ ਸੰਵਿਧਾਨ ਹੁੰਦਾ ਜਿਹਦੇ ਵਿੱਚ ਸੋਧ ਕਰਨ ਦੀ ਜਿਹੜੀ ਪ੍ਰਕਿਰਿਆ ਹੁੰਦੀ ਹੈ ਉਹ ਜਟਿਲ ਹੁੰਦੀ, ਠੀਕ ਹੈ। ਔਰ ਜਿਹਦੇ ਵਿੱਚ ਸੋਧ ਕਰਨ ਦੀ ਪ੍ਰਕਿਰਿਆ ਜਟਿਲ ਨਾ ਹੋਵੇ, ਸੰਵਿਧਾਨ ਸਮੇਂ ਤੇ ਪਰਿਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਖਮਤਾ ਰੱਖਦਾ ਹੋਵੇ, ਉਹਨੂੰ ਅਸੀਂ ਫਲੈਕਸੀਬਲ ਕਨਸਟੀਟਿਊਸ਼ਨ ਜਿਹੜਾ ਹੈ ਉਹ ਕਹਿੰਦੇ। ਉਸ ਤੋਂ ਬਾਅਦ ਅਸੀਂ ਫੰਡਾਮੈਂਟਲ ਰਾਈਟਸ ਉੱਤੇ ਚਰਚਾ ਕੀਤੀ ਸੀ ਕਿ ਜਦੋਂ ਸੰਵਿਧਾਨ ਬਣਿਆ ਸੀਗਾ ਉਸ ਵੇਲੇ ਜਿਹੜੇ ਮੌਲਿਕ ਅਧਿਕਾਰਾਂ ਦੀ ਸੰਖਿਆ 7 ਸੀਗੀ। ਬਾਅਦ ਦੇ ਵਿੱਚ ਰਾਈਟ ਟੂ ਪ੍ਰੋਪਰਟੀ ਨੂੰ ਜਿਹੜਾ ਸੀਗਾ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਕੱਢ ਕੇ 44ਵੇਂ ਸੰਵਿਧਾਨਿਕ ਸੰਸ਼ੋਧਨ ਰਾਹੀਂ ਜਿਹੜਾ ਸੀ ਇਹਨੂੰ ਇੱਕ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ, ਕਿਉਂਕਿ ਇਹਦੇ ਕਰਕੇ ਕਾਫੀ ਜਿਹੜਾ ਹੈ ਝਗੜੇ ਜਿਹੜੇ ਆ ਉਹ ਪੈਦਾ ਹੋ ਰਹੇ ਸੀ। ਰਾਈਟ ਟੂ ਇਕੁਐਲਿਟੀ ਹੈ, ਮਤਲਬ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ। ਫਿਰ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ। ਫਿਰ ਸ਼ੋਸ਼ਣ ਦੇ ਵਿਰੁੱਧ ਭਾਰਤ ਦੇ ਨਾਗਰਿਕਾਂ ਨੂੰ ਅਧਿਕਾਰ ਜਿਹੜੇ ਹੈਗੇ ਆ ਦਿੱਤੇ ਗਏ ਆ। ਫਿਰ ਸੱਭਿਆਚਾਰਕ ਅਤੇ ਜਿਹੜੇ ਆ ਕਨਸਟੀਟਿਊਸ਼ਨਲ ਰਾਈਟਸ ਜਿਹੜੇ ਆ ਉਹ ਦਿੱਤੇ ਗਏ ਆ। ਫਿਰ ਮਤਲਬ ਸੰਵਿਧਾਨਿਕ ਉਪਾਇਆਂ ਦਾ ਅਧਿਕਾਰ ਦਿੱਤਾ ਗਿਆ ਜਿਹਦੇ ਰਾਹੀਂ ਜਿਹੜੇ ਭਾਰਤ ਦੇ ਨਾਗਰਿਕ ਹੈ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਜਿਹੜੀ ਹੈ ਉਹ ਕਰ ਸਕਦੇ, ਠੀਕ ਹੈ ਜੀ। ਨੈਕਸਟ ਸਲਾਈਡ ਜਿਹੜੀ ਹੈਗੀ ਹੈ ਉਹ ਫਿਰ ਮੈਂ ਤੁਹਾਨੂੰ ਰਾਜਨੀਤਿਕ ਦੇ ਨਿਰਦੇਸ਼ਕ ਸਿਧਾਂਤਾਂ ਬਾਰੇ ਦੱਸਿਆ ਸੀ ਕਿ ਇਹ ਨਿਰਦੇਸ਼ਕ ਸਿਧਾਂਤ ਹੁੰਦੇ ਕੀ ਹੈ। ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਹੈ ਉਹਨਾਂ ਨੇ ਜਿਹੜੇ ਸਾਡੇ ਦੇਸ਼ ਦੇ ਪੋਲੀਟੀਸ਼ੀਅਨਸ ਹੈਗੇ ਆ ਉਹਨਾਂ ਵਾਸਤੇ ਕੁਝ ਜਿਹੜੇ ਹੈ ਨਿਰਦੇਸ਼ ਜਿਹੜੇ ਹੈਗੇ ਆ ਉਹ ਦਿੱਤੇ ਹੋਏ ਹੈ ਕਿ ਅਗਰ ਇਹ ਉਹ ਚੀਜ਼ਾਂ ਕਰਨਗੇ ਤਾਂ ਸਾਡਾ ਆਰਥਿਕ ਅਤੇ ਸਮਾਜਿਕ ਲੋਕਤੰਤਰ
ਮਜ਼ਬੂਤ ਹੋਏਗਾ, ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਗਈ। ਅਗਰ ਅਸੀਂ ਆਰਥਿਕ ਅਤੇ ਰਾਜਨੀਤਿਕ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਸਾਨੂੰ ਜਿਹੜੇ ਹੈ ਡਾਇਰੈਕਟਿਵ ਪ੍ਰਿੰਸੀਪਲਸ, ਹੁਣ ਡਾਇਰੈਕਟਿਵ ਪ੍ਰਿੰਸੀਪਲ ਤੇ ਅਸੀਂ ਕੋਈ ਵੀ ਜਿਹੜਾ ਹੈ ਕਾਨੂੰਨ ਜਿਹੜਾ ਹੈਗਾ ਉਹ ਬਣਾ ਸਕਦੇ ਹਾਂ। ਠੀਕ ਹੈ, ਕਾਨੂੰਨ ਬਣਾ ਕੇ ਇਹਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਜਿੱਦਾਂ ਇਹਦੇ ਵਿੱਚੋਂ ਜਿੱਦਾਂ ਅਗਰ ਪੰਚਾਇਤਾਂ ਦੀ ਆਪਾਂ ਗੱਲ ਕਰੀਏ ਤਾਂ ਪੰਚਾਇਤਾਂ ਦਾ ਜਿਹੜਾ ਸੰਗਠਨ ਹੈ ਉਹ ਧਾਰਾ 40 ਦੇ ਵਿੱਚ ਦਿੱਤਾ ਹੋਇਆ ਸੀ, ਆਰਗੇਨਾਈਜੇਸ਼ਨ ਆਫ ਪੰਚਾਇਤ। ਇਹ ਵੀ ਇੱਕ ਪਹਿਲੇ ਨਿਰਦੇਸ਼ਕ ਸਿਧਾਂਤ ਸੀ। 93ਵਾਂ ਅਤੇ 94ਵਾਂ ਸੰਵਿਧਾਨਕ ਸੰਸ਼ੋਧਨ ਕੀਤਾ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈ ਹੁਣ ਤੁਹਾਨੂੰ ਪਤਾ ਹੈ ਕਿ ਸਮੇਂ ਅਨੁਸਾਰ ਜਿਹੜੇ ਆ ਰਾਜ ਪੱਧਰ ਰਾਜ ਸਰਕਾਰਾਂ ਹੈ ਉਹ ਪੰਚਾਇਤਾਂ ਦੀ ਚੋਣ ਕਰਾਉਂਦੀਆਂ ਅਤੇ ਪੰਚਾਇਤ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਹੈ ਵਿਕਾਸ ਦੇ ਕਾਰਜ ਜਿਹੜੇ ਆ ਉਹ ਕਰਦੀ ਹੈ। ਠੀਕ ਹੈ ਜੀ, ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਿਵ ਪ੍ਰਿੰਸੀਪਲਸ ਡਿਸਕਸ ਕੀਤੇ ਸੀ ਕਿਹੜੇ-ਕਿਹੜੇ ਹੈਗੇ। ਫਿਰ ਉਸ ਤੋਂ ਬਾਅਦ ਅਗਰ ਗੱਲ ਕਰੀਏ ਫੰਡਾਮੈਂਟਲ ਡਿਊਟੀਜ਼, ਮੌਲਿਕ ਕਰਤੱਵਿਆਂ ਵਾਲਾ ਪੁਆਇੰਟ ਅਸੀਂ ਡਿਸਕਸ ਕੀਤਾ ਸੀ। 11 ਮੈਂ ਤੁਹਾਨੂੰ ਦੱਸਿਆ ਸੀਗਾ ਟੋਟਲ ਜਿਹੜੀਆਂ ਫੰਡਾਮੈਂਟਲ ਜਿਹੜੀਆਂ ਡਿਊਟੀਜ਼ ਹੈਗੀਆਂ। ਠੀਕ ਹੈ, ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਹੈ, ਇਸ ਤੋਂ ਬਾਅਦ ਵਾਲਾ ਪੁਆਇੰਟ ਅਸੀਂ ਜਿਹੜਾ ਹੈ ਡਿਸਕਸ ਜਿਹੜਾ ਹੈ ਉਹ ਕਰਨਾ ਹੈਗਾ। ਇਹ ਵੀ ਮੈਂ ਤੁਹਾਨੂੰ ਦੱਸਦਾ ਸੀ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਦਾ ਕੀ ਅਰਥ ਹੈਗਾ, ਕਿਉਂਕਿ ਇਹੀ ਜਿਹੜੇ ਸ਼ਬਦ ਹੈ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਅੰਕਿਤ ਨੇ ਔਰ ਇਹੀ ਸਾਡੇ ਸੰਵਿਧਾਨ ਦਾ ਸਾਰ ਨੇ। ਸੋ ਇਹ ਵੀ ਇਹਦੇ ਬਾਰੇ ਵੀ ਕੱਲ ਆਪਾਂ ਜਿਹੜੀ ਡਿਟੇਲ ਦੇ ਵਿੱਚ ਆਪਾਂ ਚਰਚਾ ਕੀਤੀ ਸੀ। ਅੱਛਾ, ਹੁਣ ਅਗਲਾ ਜਿਹੜਾ ਪੁਆਇੰਟ ਹੈ ਜਿਹੜਾ ਅਸੀਂ ਅੱਜ ਡਿਸਕਸ ਕਰਨਾ ਹੈ ਉਹ ਹੈਗਾ ਫੈਡਰਲ ਗਵਰਨਮੈਂਟ ਵਿਦ ਯੂਨਿਟਰੀ ਸਿਸਟਮ। ਹੁਣ ਜਿਹੜਾ ਇੰਡੀਆ ਫੈਡਰੇਸ਼ਨ ਹੈ, ਠੀਕ ਹੈ, ਫੈਡਰੇਸ਼ਨ ਜਿਹੜਾ ਸ਼ਬਦ ਹੈ, ਸੰਘ ਜਿਹੜਾ ਸ਼ਬਦ ਹੈ ਉਹ ਭਾਰਤੀ ਸੰਵਿਧਾਨ ਦੇ ਵਿੱਚ ਇਹਦੀ ਵਰਤੋਂ ਨਹੀਂ ਕੀਤੀ ਗਈ। ਠੀਕ ਹੈ, ਜਦੋਂ ਸ਼ਕਤੀਆਂ ਦੀ ਵੰਡ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਕੀਤੀ ਹੋਵੇ, ਇਹੋ ਜਿਹੀ ਵਿਵਸਥਾ ਨੂੰ ਜਾਂ ਇਹੋ ਜਿਹੇ ਢਾਂਚੇ ਨੂੰ ਅਸੀਂ ਸੰਘੀ ਢਾਂਚਾ ਕਹਿੰਦੇ। ਠੀਕ ਹੈ ਜੀ, ਅਗਰ ਜਿੱਦਾਂ ਇੰਗਲੈਂਡ ਹੈ, ਇੰਗਲੈਂਡ ਦੇ ਵਿੱਚ ਸੰਘੀ ਢਾਂਚਾ ਨਹੀਂ, ਇਕਾਤਮਕ ਢਾਂਚਾ, ਯੂਨਿਟਰੀ ਗਵਰਨਮੈਂਟ, ਮਤਲਬ ਜਿੱਥੇ ਸਾਰੀਆਂ ਸ਼ਕਤੀਆਂ ਕੇਂਦਰ ਸਰਕਾਰ ਦੇ ਹੱਥ ਵਿੱਚ ਕੇਂਦਰਿਤ ਹੋਣ, ਉਹਨੂੰ ਅਸੀਂ ਜਿਹੜਾ ਹੈਗਾ ਉਹਨੂੰ ਇਕਾਤਮਕ ਪ੍ਰਣਾਲੀ ਕਹਿੰਦੇ ਹਾਂ, ਜਿੱਦਾਂ ਇੰਗਲੈਂਡ ਦੇ ਵਿੱਚ ਹੈ। ਹਾਂ, ਮਤਲਬ ਕਿ ਆਪਣਾ ਕੰਮਕਾਜ ਚਲਾਉਣ ਵਾਸਤੇ ਜਿਹੜੀ ਇਕਾਤਮਕ ਕਿਸਮ ਦੀ ਸਰਕਾਰ ਹੈ ਉਹ ਅੱਗੇ ਆਪਣੇ ਕੰਮ ਦਾ ਵਿਭਾਜਨ ਕਰ ਸਕਦੀ ਹੈ, ਡੈਲੀਗੇਸ਼ਨ ਆਫ ਪਾਵਰਸ ਕਰ ਸਕਦੀ ਹੈ, ਤਾਂ ਕਿ ਕੰਮਕਾਜ ਨੂੰ ਜਿਹੜਾ ਹੈ ਉਹ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ। ਨੈਕਸਟ ਪੁਆਇੰਟ ਹੁਣ ਹੈਗਾ ਜੁਡੀਸ਼ੀਅਲ ਰਿਵਿਊ। ਹੁਣ ਭਾਰਤ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਨਿਆਂਪਾਲਿਕਾ ਨੂੰ ਸੁਤੰਤਰ ਰੱਖਿਆ ਗਿਆ ਹੈ, ਇਸੇ ਕਰਕੇ ਨਿਆਂਪਾਲਿਕਾ ਨੂੰ ਨਿਆਇਕ ਪੁਨਰੀਖਣ ਦੀ ਸ਼ਕਤੀ ਦਿੱਤੀ ਗਈ ਹੈ। ਇਹ ਕੀ ਹੈ? Another significant feature of the Indian Constitution is provision of judicial review. This means that Supreme Court of India is empowered to declare law passed by Indian Parliament as null and void if it is inconsistent with the fundamental rights. ठीक है जी, अगर कोई ਇਹੋ ਜਿਹਾ ਕਾਨੂੰਨ ਸੰਸਦ ਬਣਾਉਂਦੀ ਹੈ ਜਿਹੜਾ ਕਿ ਮੌਲਿਕ ਅਧਿਕਾਰਾਂ ਦਾ, ਵਿਅਕਤੀ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਦਾ ਹੋਵੇ, ਇਹੋ ਜਿਹੇ ਕਾਨੂੰਨ ਨੂੰ ਜਿਹੜਾ ਰੱਦ ਕੀਤਾ ਜਾ ਸਕਦਾ। ਇਹੋ ਜਿਹੇ ਕਾਨੂੰਨ ਨੂੰ ਜਿਹੜਾ ਹੈਗਾ ਰੱਦ ਜਿਹੜਾ ਹੈਗਾ ਉਹ ਕਰਵਾਇਆ ਜਾ ਸਕਦਾ ਹੈ। In case the acts passed by the state legislatures, this power is vested with the concerned high courts. ठीक है, अगर ਇਹੋ ਜਿਹੀ ਵਿਵਸਥਾ ਪ੍ਰਾਂਤੀ ਪੱਧਰ ਤੇ ਹੈ, ਪ੍ਰਾਂਤੀ ਪੱਧਰ ਤੇ ਵੀ ਕੀਤੀ ਗਈ ਹੈ, ਅਗਰ ਵਿਧਾਨ ਸਭਾ ਕੋਈ ਵੀ ਇਹੋ ਜਿਹਾ ਕਾਨੂੰਨ ਪਾਸ ਕਰਦੀ ਹੈ ਜਿਹੜਾ ਕਿ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਦਾ ਹੋਵੇ, ਇਹੋ ਜਿਹੇ ਜਿਹੜਾ ਹੈ ਕਾਨੂੰਨ ਹੈ ਉਹਨੂੰ ਜਿਹੜਾ ਹੈਗਾ ਰੱਦ ਜਿਹੜਾ ਹੈਗਾ ਕਰ ਦਿੱਤਾ ਜਾਂਦਾ ਹੈ। ਨਿਆਂਪਾਲਿਕਾ ਉਹਨੂੰ ਨਲ ਐਂਡ ਵੋਇਡ ਜਿਹੜੀ ਕਰਦੇ, ਇਹੀ ਜਿਹੜੀ ਨਿਆਂਪਾਲਿਕਾ ਦੀ ਇਹ ਸ਼ਕਤੀ ਹੈ, ਇਹਨੂੰ ਅਸੀਂ ਜਿਹੜਾ ਹੈ ਨਿਆਇਕ ਪੁਨਰੀਖਣ ਜਿਹੜਾ ਹੈ ਕਹਿੰਦੇ।
ਉਸ ਤੋਂ ਬਾਅਦ ਆਰਟੀਕਲ 326 ਆਫ ਦ ਕਨਸਟੀਟਿਊਸ਼ਨ ਯੂਨੀਵਰਸਲ ਅਡਲਟ ਫਰੈਂਚਾਈਜ਼ ਕੀ ਹੁੰਦਾ, ਇਹਨੂੰ ਪੰਜਾਬੀ ਚ ਅਸੀਂ ਕਹਿੰਦੇ ਆ ਬਾਲਕ ਮਤ ਅਧਿਕਾਰ। Article 326 of the Constitution of India provides for universal adult suffrage. Adult franchise ਕੀ ਹੈ ਕਿ ਜਿਹੜਾ ਹਰ ਨਾਗਰਿਕ ਹੈ, ਭਾਰਤ ਦਾ ਹਰ ਨਾਗਰਿਕ ਹੈ, ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਵੇਲੇ ਵੋਟ ਪਾਉਣ ਦੀ ਜਿਹੜੀ ਏਜ ਸੀ 21 ਸਾਲ ਸੀ, ਔਰ ਇਸ ਨੂੰ ਰਾਜੀਵ ਗਾਂਧੀ ਦੀ ਸਰਕਾਰ ਨੇ ਸੰਵਿਧਾਨਿਕ ਸੰਸ਼ੋਧਨ ਰਾਹੀਂ ਘਟਾ ਕੇ 18 ਸਾਲ ਕੀਤਾ। Anybody who has completed 18 years of age, irrespective of his caste, creed, sex or religion, is eligible to vote in general elections. Eligible to vote in general elections मतलब कि बिना किसी भेदभाव तो हर नागरिक ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ। ਇਹਨੂੰ ਆਪਾਂ ਕਹਿੰਦੇ ਆ ਯੂਨੀਵਰਸਲ ਅਡਲਟ ਫਰੈਂਚਾਈਜ਼ ਜਾਂ ਯੂਨੀਵਰਸਲ ਅਡਲਟ ਸਫਰੇਜ ਜਾਂ ਬਾਲਕ ਮਤ ਅਧਿਕਾਰ। ਇਹ ਵੀ ਭਾਰਤੀ ਸੰਵਿਧਾਨ ਦੀ ਇੱਕ ਪ੍ਰਮੁੱਖ ਜਿਹੜੀ ਹੈ ਉਹ ਵਿਸ਼ੇਸ਼ਤਾ ਹੈ। ਉਸ ਤੋਂ ਬਾਅਦ ਲੈਂਗੁਏਜ ਪਾਲਿਸੀ। ਹੁਣ ਲੈਂਗੁਏਜ ਨੂੰ ਲੈ ਕੇ ਸ਼ੁਰੂ ਦੇ ਵਿੱਚ ਕਾਫੀ ਕੰਟਰੋਵਰਸੀ ਰਹੀ ਇੰਡੀਆ ਦੇ ਵਿੱਚ, ਠੀਕ ਹੈ। ਇਸ ਕਰਕੇ 1965 ਦੇ ਵਿੱਚ ਭਾਰਤ ਸਰਕਾਰ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ ਜਿਹਨੂੰ ਕੋਠਾਰੀ ਕਮਿਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ। ਕੋਠਾਰੀ ਕਮਿਸ਼ਨ ਨੇ ਜਿਹੜਾ ਸੀਗਾ 3 ਲੈਂਗੁਏਜ ਫਾਰਮੂਲਾ ਜਿਹੜਾ ਸੀ, 3 ਭਾਸ਼ਾਈ ਫਾਰਮੂਲੇ ਨੂੰ ਉੱਤੇ ਸਹਿਮਤੀ ਪ੍ਰਗਟ ਕੀਤੀ ਕਿ ਜਿਹੜੇ ਰਾਜ ਹੈਗੇ ਆ, ਜਿਹੜੇ ਪ੍ਰਾਂਤ ਹੈਗੇ ਆ, ਕਿਉਂਕਿ ਹਿੰਦੀ ਦੇ ਨਾਲ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਬਣਾਇਆ ਗਿਆ ਸੀ, ਔਰ ਹਿੰਦੀ ਦੇ ਨਾਲ ਜਿਹੜੇ ਸਾਊਥ ਇੰਡੀਆ ਦੇ ਸਟੇਟਸ ਸੀਗੇ ਉਹਨਾਂ ਨੂੰ ਕਾਫੀ ਪ੍ਰੋਬਲਮ ਸੀ, ਠੀਕ ਹੈ। ਉਹ ਹਿੰਦੀ ਨੂੰ ਨੈਸ਼ਨਲ ਲੈਂਗੁਏਜ ਰੈਕਗਨਾਈਜ਼ਡ ਕਰਨ ਨੂੰ ਤਿਆਰ ਨਹੀਂ ਸੀ, ਕਿਉਂਕਿ ਅਗਰ ਅਸੀਂ ਨਾਰਥ ਦੀ ਗੱਲ ਕਰੀਏ ਔਰ ਸਾਊਥ ਦੀ ਗੱਲ ਕਰੀਏ, ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ, ਲੈਂਗੁਏਜ ਦਾ ਫਰਕ ਹੈ, ਰੇਸ ਦਾ ਫਰਕ ਹੈ, ਮਤਲਬ ਨਸਲ ਵੀ ਫਰਕ ਹੈ, ਜਾਤੀ ਵੀ ਫਰਕ ਹੈ। ਉੱਥੇ ਜਿਹੜੇ ਵੋਟਿੰਗ ਪੈਟਰਨ ਹੈ ਉਹ ਵੀ ਫਰਕ ਹੈ ਜਾਤੀਗਤ ਆਧਾਰ ਉੱਤੇ ਜਿਹੜਾ ਹੈਗਾ ਉਹ। ਫਿਰ ਇਦਾਂ ਇਹ ਫੈਸਲਾ ਹੋਇਆ ਕਿ ਜਿਹੜੇ ਸੈਂਟਰਲ ਗਵਰਨਮੈਂਟ ਦਾ ਕੰਮ ਹੈ, ਜਿਹੜੇ ਕੇਂਦਰੀ ਸਰਕਾਰ ਦਾ ਕੰਮ ਹੈ, ਉਹ ਸਾਰਾ ਜਿਹੜਾ ਹੈ ਹਿੰਦੀ ਦੇ ਵਿੱਚ ਕੀਤਾ ਜਾਊਗਾ ਅਤੇ ਸਟੇਟਸ ਨੂੰ, ਰਾਜਿਆਂ ਨੂੰ, ਪ੍ਰਾਂਤਾਂ ਨੂੰ ਆਜ਼ਾਦੀ ਦਿੱਤੀ ਗਈ ਕਿ ਉਹ ਆਪਣੀ ਮਾਤ ਭਾਸ਼ਾ ਦਾ ਇਸਤੇਮਾਲ ਕਰ ਸਕਦੀ ਹੈ ਸਰਕਾਰੀ ਕੰਮ ਵਾਸਤੇ, ਠੀਕ ਹੈ ਜੀ। ਸਰਕਾਰੀ ਕੰਮ ਵਾਸਤੇ ਆਪਣੀ ਮਾਤ ਭਾਸ਼ਾ ਦਾ ਜਿਹੜਾ ਹੈਗਾ ਉਹ ਕੰਮ ਕਰ ਸਕਦੀ। ਸੋ ਦੇਵਨਾਗਰੀ ਨੂੰ ਇੰਗਲਿਸ਼, ਦੇਵਨਾਗਰੀ ਨੂੰ ਨੈਸ਼ਨਲ ਲੈਂਗੁਏਜ ਬਣਾਇਆ ਗਿਆ, ਰਾਸ਼ਟਰੀ ਭਾਸ਼ਾ ਬਣਾਇਆ ਗਿਆ। ਉਸ ਤੋਂ ਬਾਅਦ ਮਦਰ ਟੰਗ ਜਿਹੜੀ ਸੀਗੀ ਕਿਸੇ ਵੀ ਸਟੇਟ ਦੀ, ਉਹਨੂੰ ਜਿਹੜਾ ਹੈਗਾ ਉਹ ਆਪਣੇ ਰੈਕਗਨਾਈਜ਼ ਕੀਤਾ ਗਿਆ ਐਜ਼ ਅ ਸਟੇਟ ਮਦਰ ਟੰਗ, ਮਦਰ ਲੈਂਗੁਏਜ। ਔਰ ਜਿਹੜੀ ਇੰਗਲਿਸ਼ ਸੀਗੀ ਉਹਨੂੰ ਇੱਕ ਲਿੰਕ ਲੈਂਗੁਏਜ ਦੇ ਰੂਪ ਦੇ ਵਿੱਚ ਜਿਹੜਾ ਹੈ ਭਾਰਤ ਦੇ ਵਿੱਚ ਐਸਟੈਬਲਿਸ਼ ਕੀਤਾ ਗਿਆ। ਸੋ ਇਹ ਲੈਂਗੁਏਜ ਪਾਲਿਸੀ ਜਿਹੜੀ ਭਾਰਤ ਦੇ ਵਿੱਚ ਹਾਲੇ ਤੱਕ ਜਿਹੜੀ ਹੈ ਉਹ ਚੱਲਦੀ ਪਈ, ਠੀਕ ਹੈ ਜੀ। ਠੀਕ ਹੈ ਜੀ, ਇਹ ਸੀਗੀਆਂ ਸੰਵਿਧਾਨ ਦੀਆਂ ਕੁਝ ਪ੍ਰਮੁੱਖ ਵਿਸ਼ੇਸ਼ਤਾਵਾਂ, ਠੀਕ ਹੈ ਜੀ। ਇਹਦੇ ਨਾਲ ਤੁਹਾਡਾ ਇਹ ਕੁਐਸਚਨ ਜਿਹੜਾ ਹੈਗਾ ਉਹ ਖਤਮ ਹੁੰਦਾ ਹੈ। ਸੋ ਅੱਜ ਮੈਂ ਤੁਹਾਨੂੰ ਦੱਸ ਦਵਾਂ, ਅੱਜ ਤੁਹਾਡੀ ਲਾਈਵ ਕਲਾਸ ਵੀ ਲੱਗੂਗੀ, 12 ਵਜੇ ਤੁਹਾਡੀ ਕਲਾਸ ਲੱਗੂਗੀ ਔਰ ਐਵਰੀਬਡੀ ਸ਼ੁੱਡ ਜੁਆਇਨ ਦੈਟ ਲਾਈਵ ਕਲਾਸ। ਮਤਲਬ ਸਾਰੇ ਮੈਂ ਵਿਦਿਆਰਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਲਾਈਵ ਕਲਾਸ ਜਿਹੜੀ ਹੈਗੀ ਹੈ ਉਹ ਜੁਆਇਨ ਕਰਨ। Thank you for attending this lecture.